ਦਾ ਰੇਡੀਓ ਟਾਈਮਸ ਦੇ ਪ੍ਰੋਗਰਾਮ ਵਿੱਚ ਭਾਗ ਲੈਣ ਲਈ ਤੁਸੀਂ ਡਾਇਲ ਕਰੋਗੇ ਸਾਡੇ ਸਟੂਡੀਓ ਦਾ WhatsApp ਨੰਬਰ 6234397843। ਆਦਮੀ ਦੇ ਗੁਣਾਂ ਦਾ ਪਤਾ ਨਹੀਂ ਕਦ ਪਛਾਣ ਹੋਵੇ, ਪਤਾ ਨਹੀਂ ਕਿਵੇਂ ਪਛਾਣ ਹੋਵੇ, ਪਛਾਣ ਕਰੇ ਕੌਣ। ਇਸ ਕਰਕੇ ਸਾਡੇ ਦੇਸ਼ ਵਿੱਚ ਭੇਖ ਦੀ ਪੂਜਾ ਹੁੰਦੀ ਹੈ। ਭੇਖ ਅੱਗੇ ਲੋਕ ਸਿਰ ਝੁਕਾ ਦਿੰਦੇ ਹਨ, ਪੈਰ ਛੂੰਹਦੇ ਹਨ। ਭੇਖ ਵਿੱਚ ਸਭ ਬੁਰਾਈਆਂ ਲੁਕ ਜਾਂਦੀਆਂ ਹਨ। ਭੇਖ ਆਦਮੀ ਦੇ ਗੁਣਾਂ ਦਾ ਅਜਿਹਾ ਸਬੂਤ ਹੈ ਕਿ ਦੇਖਣ ਸਾਰ ਅਨਪੜ੍ਹ ਵੀ ਪਛਾਣ ਲਏ। ਅਕਸਰ ਜਾਹਿਲ ਵਿਹਲੜ ਨਿਕੰਮੇ ਬੰਦੇ ਭਗਵਾਂ ਭੇਖ ਧਾਰਨ ਕਰ ਲੈਂਦੇ ਹਨ ਤਾਂ ਕਿ ਭੀਖ ਆਸਾਨੀ ਨਾਲ ਮਿਲ ਜਾਵੇ। ਭੇਖ ਸਦਕਾ ਠੱਗੀ ਮਾਰਨੀ ਸੌਖੀ ਹੋ ਜਾਂਦੀ ਹੈ। ਇਸ ਤੋਂ ਸੌਖੀ ਕਮਾਈ ਹੋਰ ਕੋਈ ਨਹੀਂ। ਬਿਨਾਂ ਪੈਸੇ ਖਰਚਿਆਂ ਵਪਾਰ। ਜਦ ਤੱਕ ਭੇਖ ਦੀ ਪੂਜਾ ਕਰਨ ਵਾਲੇ ਹਨ, ਇਸ ਧੰਦੇ ਵਿੱਚ ਬਰਕਤ ਹੀ ਬਰਕਤ। ਭੇਖ ਦੀ ਓਟ ਵਿੱਚ ਲੁੱਚੇ ਲਫੰਗੇ ਬੈਠੇ ਬੈਠੇ ਖੂਬ ਕਮਾਈ ਕਰਦੇ ਹਨ, ਐਸ਼ ਕਰਦੇ ਹਨ। ਦੁੱਖ ਅਤੇ ਮੁਸੀਬਤ ਦੇ ਮਾਰੇ ਲੋਕ ਵੀ ਭੇਖ ਦੀ ਸ਼ਰਨ ਲੈ ਲੈਂਦੇ ਹਨ। ਦੁਖਿਆਰੀਆਂ ਵਾਸਤੇ ਭੇਖ ਸੁਖ ਸ਼ਾਂਤੀ ਦੀ ਛਾਂ ਬਣ ਜਾਂਦਾ ਹੈ। ਪੰਥਾਂ ਦੇ ਹੁਕਮ ਜਾਲੀਆਂ ਵਿੱਚ ਉਲਝੇ ਕਈ ਬੰਦੇ ਭੇਖ ਬਹਾਨੇ ਧਰਨ ਦੀ ਲਕੀਰ ਕੁੱਟਦੇ ਹਨ। ਇਸ ਕਰਕੇ ਦਵਾਈ ਦੀ ਬੰਦ ਸ਼ੀਸ਼ੀ ਅਤੇ ਗੰਜੀ ਖੋਪੜੀ ਦਾ ਕੋਈ ਇਤਬਾਰ ਨਹੀਂ। ਸਹੀ ਗਿਆਨੀਆਂ ਨੂੰ ਭੇਖ ਨਾਲ ਸੰਤੋਖ ਨਹੀਂ ਮਿਲਦਾ। ਬਹੁਤ ਸਾਲ ਪਹਿਲਾਂ ਇੱਕ ਪਿੰਡ ਵਿੱਚ ਇਹੋ ਜਿਹੇ ਹੀ ਮਹਾਤਮਾ ਨੇ ਧੂਣੀ ਦੁਖਾ ਦਿੱਤੀ। ਨਾਲ ਹੱਟੇ ਕੱਟੇ ਮੁਸਟੰਡਿਆਂ ਦੀ ਟੋਲੀ। ਅਨਪੜ੍ਹ ਮੂਰਖ ਬੇਸਮਝ ਲੋਕ ਫਿਰ ਭਗਵਾਨ ਆਤਮਾ ਪਰਮਾਤਮਾ ਮੁਕਤੀ ਵਿੱਚ ਪੂਰਾ ਯਕੀਨ। ਇਹੋ ਜਿਹੀ ਜਾਹਿਲ ਭੀੜ ਠੱਗਾਂ ਨੂੰ ਹੋਰ ਕਿੱਥੇ ਮਿਲੇਗੀ। ਬਗੈਰ ਸੋਚੇ ਸਮਝੇ ਜਿਹੜੇ ਚਰਨਾਂ ਵਿੱਚ ਮੱਥਾ ਨਿਵਾ ਦੇਣ, ਉਹਨਾਂ ਨੂੰ ਮੰਨਣ ਵਾਸਤੇ ਵਧੀਕ ਅਕਲ ਦੀ ਲੋੜ ਨਹੀਂ। ਸਿਰ ਹਿਲਾ ਹਿਲਾ ਕੇ ਪਤੰਗਿਆਂ ਨੂੰ ਵੀ ਦੀਵਾ ਬਥੇਰਾ ਕਹਿੰਦਾ ਹੈ, ਨੇੜੇ ਨਾ ਆਓ। ਉਹ ਕਿੱਥੇ ਮੰਨਦੇ ਹਨ। ਕਈ ਸਾਲਾਂ ਤੋਂ ਭੇਖਧਾਰੀ ਮਹਾਤਮਾ ਨੂੰ ਧਰਮ ਦਾ ਅਜਿਹਾ ਹੀ ਚਸਕਾ ਲੱਗਿਆ ਹੋਇਆ ਹੈ। ਜਿਉਂ-ਜਿਉਂ ਲੋਕਾਂ ਨੂੰ ਕਹਿੰਦੇ ਇੱਥੇ ਆ ਕੇ ਸਮਾਂ ਖਰਾਬ ਨਾ ਕਰੋ, ਤਿਉਂ-ਤਿਉਂ ਲੋਕ ਸਗੋਂ ਵੱਧ ਆਉਂਦੇ। ਬਥੇਰਾ ਆਖਦੇ ਮੇਰੇ ਚੇਲੇ ਨਾ ਬਣੋ, ਤਾਂ ਵੀ ਉਸ ਤੇ ਆਸਨ ਅੱਗੇ ਚੇਲੇ ਬਣਨ ਵਾਲੇ ਦੀ ਭੀੜ ਲੱਗੀ ਰਹਿੰਦੀ। ਉਹ ਬਾਰ-ਬਾਰ ਕਹਿੰਦਾ ਭਲੇ ਮਾਨਸੋ ਮੈਂ ਕੋਈ ਸਿੱਧ ਨਹੀਂ। ਇਸ ਭੇਖ ਦਾ ਰੰਗ ਮੈਨੂੰ ਚੰਗਾ ਲੱਗਾ, ਬਸ ਸਹੀ ਮੰਨੋ, ਹੋਰ ਕੋਈ ਗੱਲ ਨਹੀਂ। ਮੈਂ ਤਾਂ ਰਮਤਾ ਜੋਗੀ ਹਾਂ, ਪੈਰ ਚੱਕਰ ਹੈ, ਥਾਂ ਥਾਂ ਭਟਕਣਾ ਪੈਂਦਾ ਹੈ। ਤੁਸੀਂ ਆਪਣਾ ਕੰਮ ਕਰੋ, ਮੈਨੂੰ ਆਪਣਾ ਕਰਨ ਦਿਓ। ਮੈਂ ਤੁਹਾਡਾ ਕੰਮ ਵਿਘਨ ਨਹੀਂ ਪਾਉਂਦਾ, ਤੁਸੀਂ ਮੇਰੇ ਕੰਮ ਵਿੱਚ ਵਿਘਨ ਪਾਉਂਦੇ ਕਿਉਂ ਹੋ। ਇਹੋ ਜਿਹੀ ਗੱਲ ਸੁਣਨ ਤੇ ਮਨ ਜਾਣ ਫਿਰ ਭਗਤ ਕਾਹਦੇ ਹੋਏ। ਅਜਿਹੀ ਪੂਜਨੀਕ ਮਹਾਤਮਾ ਦੇ ਦਰਸ਼ਨ ਕਿਸਮਤ ਨਾਲ ਹੁੰਦੇ ਹਨ। ਚੇਲੇ ਬਣਨ ਵਾਸਤਾ ਤਲ ਪਿਆ, ਇੱਕ ਜਾਂਦਾ 21 ਆਉਂਦੇ। ਇਸ ਮਹਾਤਮਾ ਵਿੱਚ ਇੱਕ ਗੁਣ ਹੋਰ ਵੀ ਸੀ। ਕਿਸੇ ਨੂੰ ਆਪਣਾ ਚੇਲਾ ਮੰਨਣ ਤੋਂ ਪਹਿਲਾਂ ਉਹ ਕੋਈ ਚੀਜ਼ ਜ਼ਰੂਰ ਛਡਵਾਉਂਦਾ। ਕਿਸੇ ਨੇ ਵਤਾਉਣ ਖਾਣਾ ਛੱਡਿਆ, ਕਿਸੇ ਨੇ ਗੰਢੇ, ਕਿਸੇ ਨੇ ਤੋਰੀ, ਕਿਸੇ ਨੇ ਕੱਦੂ, ਕਿਸੇ ਨੇ ਕੱਕੜੀ। ਕਈਆਂ ਨੇ ਦੁੱਧ ਦਹੀਂ ਅੰਬਚੂਰ ਦਾ ਪਰਹੇਜ਼ ਰੱਖਣ ਦੀ ਸਹੁੰ ਖਾਧੀ। ਕਿਸੇ ਨੇ ਕਿਹਾ ਅੱਗੋਂ ਤੋਂ ਰਾਤ ਦਾ ਖਾਣਾ ਨਹੀਂ ਖਾਊਂਗਾ। ਕਿਸੇ ਨੇ ਨਮਕ ਛੱਡਿਆ, ਕਿਸੇ ਨੇ ਮਿੱਠਾ। ਪਰ ਤੰਬਾਕੂ, ਭੰਗ, ਗਾਂਜਾ, ਅਫੀਮ ਅਤੇ ਦਾਰੂ ਮੀਟ ਛੱਡਣ ਵਾਲੇ ਘੱਟ ਸਨ, ਬਹੁਤ ਘੱਟ। ਉਸ ਪਿੰਡ ਵਿੱਚ ਇੱਕ ਨਾਮਵਾਰ ਚੋਰ ਰਹਿੰਦਾ ਸੀ। ਰਾਤ ਨੂੰ ਕੰਮ ਕਰਿਆ ਕਰਦਾ, ਦਿਨ ਵਿੱਚ ਸੌਂਦਾ। ਚੇਲੇ ਮੁੰਨਣ ਦਾ ਰੌਲਾ ਰੱਪਾ ਬਹੁਤ ਵੱਧ ਗਿਆ ਤਾਂ ਉਸ ਦੇ ਪੈਰਾਂ ਵਿੱਚ ਵੀ ਕੀੜੀਆਂ ਲੜਨ ਲੱਗੀਆਂ। ਇੱਕ ਦਿਨ ਲੇਟਿਆਂ ਉਸਦੇ ਮਨ ਵਿੱਚ ਆਇਆ ਕਿ ਮਹਾਤਮਾ ਨਾਲ ਸ਼ੁਗਲ ਮੇਲਾ ਕਰੀਏ। ਅੱਖਾਂ ਮਸਲਦਾ ਦੁਪਹਿਰੇ ਉੱਠਿਆ, ਸਿੱਧਾ ਮਹਾਤਮਾ ਦੇ ਆਸਣ ਤੇ ਚਲਾ ਗਿਆ। ਉਸ ਵੇਲੇ ਚੇਲਿਆਂ ਦੀ ਭੀੜ ਘੱਟ ਸੀ। ਮਹਾਤਮਾ ਦੇ ਚਰਨ ਛੂਹੇ ਬੋਲਿਆ, ਮਹਾਰਾਜ ਮੈਨੂੰ ਵੀ ਆਪਣਾ ਚੇਲਾ ਥਾਪ ਲਓ। ਮਹਾਤਮਾ ਨੇ ਕਿਹਾ ਮੇਰਾ ਅਸੂਲ ਤਾਂ ਤੈਨੂੰ ਪਤਾ ਹੋਣਾ, ਕੁਝ ਛੱਡਣ ਦੇ ਵਚਨ ਤੋਂ ਬਿਨਾਂ ਮੈਂ ਕਿਸੇ ਨੂੰ ਚੇਲਾ ਨਹੀਂ ਬਣਾਉਂਦਾ। ਕਿਸੇ ਨੂੰ ਗੁਰੂ ਬਣਾਉਣਾ ਛੱਡਾਂ ਤਾਂ ਚੇਲਾ ਬਣਾ ਲਵਾਂਗੇ। ਹਜ਼ਾਰਾਂ ਚੇਲੇ ਮੁੰਨੇ ਇਹੋ ਜਿਹਾ ਸਿਰ ਫਿਰਿਆ, ਨਹੀਂ ਕੋਈ ਟੱਕਰਿਆ। ਉਸ ਨੂੰ ਲੱਗਾ ਜਿਵੇਂ ਕਿਸੇ ਨੇ ਸਿਰ ਉੱਪਰ ਜੁੱਤਾ ਮਾਰਿਆ ਹੋਵੇ। ਪਰ ਉਹ ਕਿਹੜਾ ਘੱਟ ਚਲਾਕ ਸੀ। ਜੇ ਇਹੋ ਜਿਹੇ ਐਰੇ ਗਹਿਰੇ ਮਾਤ ਦੇ ਗਏ ਫੇਰ ਤਾਂ ਗਏ ਸਮਝੋ। ਆਪਾਂ ਸੰਭਲ ਕੇ ਅਗਲੇ ਹੀ ਪਲ ਮੁਸਕਰਾਉਂਦਿਆਂ ਕਿਹਾ, ਬੇਟੇ ਫਿਰ ਤੈਨੂੰ ਚੇਲਾ ਬਣਨ ਦੀ ਲੋੜ ਹੀ ਕੀ। ਮੇਰੀ ਲੋੜ ਕੀ ਹੈ ਉਹ ਮੈਂ ਜਾਣਦਾ ਹਾਂ।
ਬਹੁਤਿਆਂ ਨੇ ਇੱਕ ਚੀਜ਼ ਛੱਡੀ, ਪਰ ਮੈਂ ਤੁਹਾਡੇ ਸਾਹਮਣੇ 4 ਚੀਜ਼ਾਂ ਛੱਡਦਾ ਹਾਂ। ਪਹਿਲੀ, ਕਦੀ ਰਾਣੀ ਦੀ ਸੇਜ ਉੱਪਰ ਨਹੀਂ ਸੋਵਾਂਗਾ। ਦੂਜੇ, ਸੋਨੇ ਦੇ ਥਾਲ ਵਿੱਚ ਖਾਣਾ ਨਹੀਂ ਖਾਊਂਗਾ। ਤੀਜੇ, ਸੋਨੇ ਦੇ ਹੁੰਦੇ ਉੱਪਰ ਬੈਠ ਕੇ ਹਾਥੀ ਦੀ ਸਵਾਰੀ ਨਹੀਂ ਕਰਾਂਗਾ। ਤੇ ਚੌਥੀ, ਸਭ ਤੋਂ ਵੱਡੀ ਗੱਲ, ਇਸ ਜਨਮ ਵਿੱਚ ਰਾਜ ਗੱਦੀ ਤੇ ਨਹੀਂ ਬੈਠਾਂਗਾ। ਹੁਣ ਤਾਂ ਚੇਲਾ ਮੰਨ ਲਵੋ। ਮਹਾਤਮਾ ਜਲ ਪੂਜ ਕੇ ਰਾਖ ਹੋ ਗਿਆ, ਪਰ ਕਰਦਾ ਤਾਂ ਕੀ ਕਰਦਾ। ਮਾਰ ਖੰਡਾਹੀ ਤੋਂ ਮਾਰ ਖੰਡਾਹੀ, ਮੱਝ ਵਿੱਚ ਪੁਚਕਾਰਨ ਨਾਲ ਕਿੱਲੇ ਉੱਤੇ ਬੰਨੀ ਜਾਂਦੀ ਹੈ। ਫਿਰ ਬੰਦਾ ਵੀ ਤਾਂ ਮੱਝ ਤੋਂ ਵੱਡਾ ਨਹੀਂ। ਇਸ ਨੂੰ ਸਬਕ ਸਿਖਾਉਣਾ ਪਏਗਾ। ਕੋਦ ਕਰਨ ਨਾਲ ਤਾਂ ਆਪਣਾ ਹੀ ਨੁਕਸਾਨ। ਨਾ ਚਾਹੁੰਦਿਆਂ ਹੋਇਆਂ ਮੁਸਕਰਾ ਕੇ ਬੋਲਿਆ, ਤੇਰੇ ਵਰਗਾ ਕੋਈ ਚੇਲਾ ਅੱਜ ਤੱਕ ਨਹੀਂ ਟੱਕਰਿਆ। ਤੇਰਾ ਗੁਰੂ ਹੋਣ ਨਾਲ ਮੇਰਾ ਵੀ ਮਾਣ ਵਧੇਗਾ। 4 ਚੀਜ਼ਾਂ ਨੂੰ ਮਨਮਰਜ਼ੀ ਦੀਆਂ ਛੱਡੀਆਂ, ਇੱਕ ਮੇਰੇ ਕਹੇ ਤੇ ਵੀ ਛੱਡ। ਕਿਉਂ ਨਹੀਂ, ਫਰਮਾਓ, ਛੱਡ ਦਊਂਗਾ। ਤੁਹਾਡਾ ਹੁਕਮ ਹੋ ਜਾਏ ਤਾਂ ਸਾਹ ਲੈਣਾ ਵੀ ਛੱਡ ਦਿਆਂ, ਫਿਰ ਵੀ ਨਾ ਮਰਾਂ। ਇਹ ਚੇਲਾ ਤਾਂ ਅਜਬ। ਮਹਾਤਮਾ ਦੇ ਮੱਥੇ ਉੱਤੇ ਤਿਉੜੀਆਂ ਉੱਪਰ ਆਈਆਂ। ਗੁੱਸਾ ਤਾਂ ਇੰਨਾ ਆਇਆ ਕਿ ਜੀ ਕੀਤਾ ਚੰਡਾਲ ਨੂੰ ਪਾਣ ਛਡਾਉਣ ਲਈ ਆਖ ਹੀ ਦਿਆਂ, ਪਰ ਲੋਕ ਕੀ ਕਹਿਣਗੇ। ਅਜੇ ਠੱਗੀ ਚਲਦੀ ਰੱਖਣੀ ਹੈ, ਅਜੇ ਭੋਗਿਆ ਵੀ ਕੀ, ਧੂਣੀ ਤਪਾਈ ਹੈ ਬਸ। ਸੋਚਣ ਲੱਗਾ ਕੀ ਚੀਜ਼ ਛੁਡਾਈ ਜਾਵੇ ਕਿ ਇਸ ਦੀ ਸਾਰੀ ਹੈਂਕੜ ਜਾਂਦੀ ਰਹੇ। ਇੰਨੇ ਸਾਲ ਹੋ ਗਏ ਸੰਨਿਆਸ ਲਏ ਨੂੰ। ਕਈ ਮਹਾਤਮਾ ਦੇਖੇ, ਝੂਠ ਤੋਂ ਬਿਨਾਂ ਕਿਸੇ ਦਾ ਵੀ ਕੰਮ ਨਹੀਂ ਚੱਲਦਾ। ਫਿਰ ਵਿਚਾਰੇ ਸੱਤੀ ਝੂਠ ਬੋਲਣ ਤੋਂ ਕਿਵੇਂ ਹਟ ਸਕਦੇ ਹਨ। ਜਾਂ ਤਾਂ ਇਹ ਛੱਡਣ ਦਾ ਪ੍ਰਣ ਕਰੇਗਾ, ਨਹੀਂ ਕਰੇਗਾ ਤਾਂ ਤੌਬਾ ਹੋ ਜਾਏਗੀ ਇੱਕ ਦਿਨ ਵਿੱਚ ਹੀ। ਸਾਧੂ ਨੇ ਕਿਹਾ, ਇਹਨਾਂ 4 ਵਚਨਾਂ ਦੇ ਨਾਲ ਨਾਲ ਝੂਠ ਬੋਲਣ ਦਾ ਪ੍ਰਣ ਕਰ ਲਵੇ ਤਾਂ ਸੋਨੇ ਦੀ ਸੁਗੰਧੀ ਆਉਣ ਲੱਗੇ। ਇਹ ਪੱਠਾ ਚੋਰ ਇੰਨਾ ਸਖਤ ਜਾਣ ਕੇ ਬੋਲਿਆ, ਸੋਨੇ ਵੀ ਸੁਗੰਧੀ ਨਿਕਲੇ ਕੀ ਨਾ, ਇਹ ਤੁਸੀਂ ਜਾਣੋ। ਪਰ ਅੱਜ ਸਹੁੰ ਖਾਂਦਾ ਹਾਂ, ਝੂਠ ਨਹੀਂ ਬੋਲਾਂਗਾ ਕਦੀ। ਦੇਖ, ਝੂਠ ਬੋਲ ਦਿੱਤਾ ਹੁਣ ਕਦੀ, ਫੇਰ ਮੇਰੀ ਵੀ ਬਦਨਾਮੀ ਹੋਏਗੀ। ਸੋਚ ਸਮਝ ਕੇ ਵਾਅਦਾ ਨਿਭਾਈ। ਝੂਠ ਛੱਡ ਦੇਣਾ ਹਾਸਾ ਮਜ਼ਾਕ ਨਹੀਂ। ਛਾਤੀ ਤੇ ਹੱਥ ਮਾਰ ਕੇ ਚੋਰ ਬੋਲਿਆ, ਪੂਰਾ ਫਿਕਰ ਨਾ ਕਰੋ, ਕਿਸੇ ਹੋਰ ਵਜ੍ਹਾ ਸਦਕਾ ਤੁਹਾਡੀ ਬਦਨਾਮੀ ਹੋਵੇ ਸੋ ਤੁਹਾਡੀ ਜ਼ਿੰਮੇਵਾਰੀ, ਪਰ ਮੇਰੇ ਕਰਕੇ ਤੁਹਾਡੀ ਇੱਜ਼ਤ ਨੂੰ ਸੇਕ ਨਹੀਂ ਲੱਗੇਗਾ। ਸਾਡੀ ਚੋਰਾਂ ਦੀ ਕਿਹੜਾ ਕੋਈ ਇੱਜ਼ਤ ਹੋਇਆ ਕਰਦੀ ਹੈ, ਇਸ ਕਰਕੇ ਇੱਜ਼ਤ ਚਲੀ ਜਾਣ ਦਾ ਕੋਈ ਖਤਰਾ ਨਹੀਂ ਹੁੰਦਾ। ਇੱਜ਼ਤ ਤਾਂ ਅਸੀਂ ਚੋਰ ਮਾਂ ਦੇ ਪੇਟ ਵਿੱਚ ਹੀ ਛੱਡ ਆਇਆ ਕਰਦੇ ਹਾਂ। ਜਦੋਂ ਦਾ ਬੋਲਣਾ ਸਿੱਖਿਆ ਹੈ ਤਾਂ ਝੂਠ ਅਤੇ ਝੂਠ ਬੋਲਿਆ। ਇੱਕ ਇੱਕ ਝੂਠ 1000 ਝੂਠਾਂ ਜਿੰਨਾ ਵਜ਼ਨਦਾਰ ਹੁੰਦਾ ਹੈ, ਤਾਂ ਵੀ ਕੋਈ ਸੁੱਖ ਨਹੀਂ ਦੇਖਿਆ। ਜਦੋਂ ਮੈਂ ਕੁਝ ਬੋਲਿਆ ਸੋ ਝੂਠ, ਜੋ ਨਾ ਬੋਲਿਆ ਉਹ ਸੱਚ। ਬਦਲਣ ਵਾਸਤੇ ਬਸ ਇੰਨੀ ਗੱਲ ਹੈ ਹੁਣ ਕਿ ਅੱਜ ਤੋਂ ਬਾਅਦ ਜੋ ਬੋਲਾਂ ਸੋ ਸੱਚ, ਜੋ ਨਾ ਬੋਲਾਂ ਸੋ ਝੂਠ। ਤੁਸੀਂ ਤਾਂ ਇਹੋ ਵਾਅਦਾ ਲਿਆ ਹੈ ਨਾ ਕਿ ਮੈਂ ਮੂੰਹੋਂ ਝੂਠ ਨਾ ਬੋਲਾਂ। ਬੇਸ਼ੱਕ ਦਿਲ ਨਹੀਂ ਕਰਦਾ ਸੀ। ਮਹਾਤਮਾ ਨੂੰ ਇਹ ਚੇਲਾ ਵੀ ਮੰਨਣਾ ਪੈ ਗਿਆ। ਮਹਾਤਮਾ ਨੇ ਉਸਦੇ ਸੱਜੇ ਹੱਥ ਉੱਪਰ ਠਾਮਣੀ ਬੰਨੀ ਤੇ ਚੋਰ ਨੇ ਗੁਰੂ ਨੂੰ ਨਾਰੀਅਲ ਭੇਟ ਕੀਤਾ। ਇੱਕ ਨਾਰੀਅਲ ਦੇ ਕੇ ਗੁਰੂ ਮਿਲ ਗਏ। ਮਹਿੰਗਾ ਸੌਦਾ ਨਹੀਂ। ਝੂਠ ਬਗੈਰ ਤਾਂ ਬਾਣੀਏ ਦੀ ਦੁਕਾਨ ਨਾ ਚੱਲੇ। ਉਹ ਤਾਂ ਹੋਇਆ ਚੋਰ, ਪਰ ਧੰਦਾ ਤਾਂ ਕਰਨਾ ਹੀ ਹੈ। ਵਪਾਰ ਵਾਸਤੇ ਮਹਾਜਨ ਪਰਦੇਸ ਜਾਇਆ ਕਰਦੇ ਹਨ। ਮੈਂ ਵੀ ਪਰਦੇਸ ਚੱਲਾਂ। ਟੁੱਟੇ ਛਿੱਤਰ ਫਟੇ ਕੱਪੜੇ ਪਹਿਨੀ ਚੱਲ ਪਿਆ। ਚਲੋ ਚਾਲ ਨਵੀਂ ਰਿਆਸਤ ਵਿੱਚ ਪੁੱਜ ਗਿਆ। ਸ਼ਾਮ ਪੈ ਗਈ, ਹਨੇਰਾ ਪੈਣ ਲੱਗਾ। ਮੰਦਰ ਵਿੱਚ ਜਿੱਧਰੋਂ ਆਰਤੀ ਦੀ ਆਵਾਜ਼ ਸੁਣੀ ਉੱਧਰ ਤੁਰ ਪਿਆ। ਆਰਤੀ ਪਿੱਛੇ ਭਗਤ ਆਪੋ ਆਪਣੇ ਘਰੀ ਚਲੇ ਗਏ। ਉਹ ਭਗਵਾਨ ਦੀ ਮੂਰਤੀ ਸਾਹਮਣੇ ਖਲੋਤਾ ਰਹਿ ਗਿਆ। ਹੋਰ ਕਿੱਥੇ ਰਹੇ। ਮੰਦਰ ਵਿੱਚ ਰਾਤ ਕੱਟਣੀ ਹੈ। ਭਗਵਾਨ ਦੀ ਸੂਰਤ ਘੱਟ ਸੋਨੇ ਚਾਂਦੀ ਦੇ ਪਹਿਨਾਏ ਗਹਿਣੇ ਵਧੇਕ ਸੋਹਣੇ ਲੱਗੇ। ਭਗਵਾਨ ਵਾਸਤੇ ਤਾਂ ਜਿਹੋ ਜਿਹੇ ਕੰਕਰ ਉਹੋ ਜਿਹੇ ਹੀਰੇ। ਇਹੋ ਜਿਹੇ ਭੇਦ ਬੰਦਾ ਕਰਿਆ ਕਰਦਾ ਹੈ। ਪੁਜਾਰੀ ਨੇ ਨਵਾਂ ਭਗਤ ਦੇਖਿਆ। ਫਟੇ ਕੱਪੜੇ, ਢਿੱਡੇ ਜੁੱਤੇ, ਮਗਨ ਹੋ ਕੇ ਮੂਰਤੀ ਵੱਲ ਦੇਖੀ ਜਾ ਰਿਹਾ ਹੈ। ਪੁੱਛਿਆ, ਕੌਣ ਹੋ ਭਾਈ, ਤੁਸੀਂ ਕਦੇ ਦੇਖਿਆ ਨਹੀਂ। ਚੁੱਕ ਕੇ ਪੁਜਾਰੀ ਵੱਲ ਦੇਖਿਆ। ਕਿਹਾ, ਚੋਰ ਹਾਂ, ਪਹਿਲੀ ਵਾਰ ਇਸ ਪਿੰਡ ਆਇਆ ਹਾਂ। ਪੁਜਾਰੀ ਮੁਸਕਰਾਇਆ। ਪੁੱਛਿਆ, ਚੋਰ ਦਾ ਮੰਦਰ ਵਿੱਚ ਕੀ ਕੰਮ। ਚੋਰ ਦਾ ਹੋਰ ਕੀ ਕੰਮ ਹੋਇਆ ਕਦੇ। ਕਮਲੇ, ਮੇਰੇ ਸਾਹਮਣੇ ਕਿਉਂ ਝੂਠ ਬੋਲ ਰਹੇ ਹੋ। 50 ਸਾਲ ਤੋਂ ਇੱਥੇ ਪੁਜਾਰੀ ਹਾਂ। ਘੱਟ ਦੀ ਘੱਟ ਤਾਂ ਅੰਤਰਜਾਮੀ ਬਣ ਜਾਂਦਾ ਹੈ, ਪਰ ਮੈਂ ਵੀ ਬੰਦਾ ਤਾਂ ਪਛਾਣ ਲੈਣਾ। ਕੁੱਟ ਖਾ ਕੇ ਵੀ ਚੋਰ ਤਾਂ ਸੱਚ ਨਹੀਂ ਬੋਲਦੇ। ਤੂੰ ਜ਼ਰੂਰ ਕੋਈ ਕੌੜੀ ਭਗਤ ਹੈ।
मेरी परख करन आया है। मैनू परख दा कोई डर नहीं, खरा उतरांगा। देख तेरियां गल्लां सुन के भगवान मुस्कुरा रहा है। ध्यान नाल चोर ने पुजारी वाल देखिया। सफेद दाढ़ी, खाली मुंह, चंदन दा तिलक, गल रुद्राक्ष दी माला। पुजारी नू कहा, मन ना मन तेरी मर्जी है। हाँ दा चोर मेरी गल सुन के भगवान मुस्कुराए। भगवान दी मर्जी, इत्थे रात कटनी चाहुंदा हां, आग्या मिलेगी। पुजारी ने तां उसनू जफ्फी विच लै लिया। अखां झलकियां भरे डाले नाल बोलिया, दीन बंधु अज मेरी भगती सफल हो गई। आपने इस रूप विच दर्शन दिते सन। अखां दी नज़र कुछ मट पै गई। फिर की होया? मन दियां अखां तां खुलियां ने। तुहाडा की ख्याल है? पछाणदा नहीं? बड़ी मुश्किल नाल चोर ने हासा रोकिया। देहधारी साक्षात परमात्मा दे भरोसे मंदिर छड्ड के पुजारी पिछवाड़े कोठड़ी विच जा सुत्ता। भगतां ने श्रद्धावास बड़े हीरे मोती चढ़ाए हुए सन। अज देर बाद भगवान ने मंजूर किते। देखदे आ भगवान वल्लों कबूल किता। प्रसाद चढ़ावा घटदा है कि वधदा। एक चोर एडा माहिर सी कि सुत्ते बंदे दे कपड़े उतार लवे। फिर पिछे मुड़ के की देखना की छड्डना। चोर दा मजा तां नहीं बहुत आया, पर आपे माया खूब हथ लग गई। हीरे मोती, सोने दा छतर, सच बोलन नाल भी की नियारे हो गए। सारी उम्र बेहिसाब झूठ बोलिया की मिलिया? दुख रोटियां भी मुधा कुट कुट लोग पड़था बना दिंदे, पर एक बार ना कह दिती फिर हाँ नहीं कही। परदेश विच इन्नी आमदन हुंदी है तां महाजन पीढ़ियां दा ठिकाना छड्ड के बेझिझक चले जांदे हन। दिन चढ़न विच पहरे रहिंदे मंदिर भगवान ते पुजारी नू अपने हाल ते छड्ड के चोर तुरता बनया। घर आके अपने हत्थीं आप सोने दा छतर भंगार के सोने दा गोला बना लिया। झाड़ी दी निशानी करके खेत विच हीरे मोती जड़िया। कलश टोआ पुट के दम दिता। सोने दा गोला लैके सीधा सुनियार कोल गया। उजरत वजों सुनियार नू तले विचों हिस्सा दे के अपने वास्ते सतलड़ी हार, मुर्खियां, कड़ा, हीरे जड़ियां अंगूठी बनाई। फिर दर्जी तो ठाठदार कपड़े सिलवाए। ठाकुर तो 5000 रुपये दा अरबी घोड़ा खरीदिया। माया दी लीला नियारी। माड़ा मोटा शक होंदा। पहला लोग पुछया करदे किथे हथ मारिया, हुण चंगी किथे हथ मारिया। चंगी तरह जानदे सन कि मर जाएगा, सच नहीं दसेगा तां भी कुट कुट कीमा बढ़ा दिंदे। अज वो सच बोलण वास्ते तैयार, कोई पुछण लई तैयार नहीं सी। सोने वर्गी चमक तां सूरज दी नहीं हुंदी। इन्ना माल पत्ता किते चोरी दा होया कदे? जरूर सट्टे विच कामयाबी मिली है। कुछ दिन मौज मस्ती कीती। फिर अरबी घोड़े दी काठी तंगड़ पट्टी सी। हथ विच सोने दी छुट्टी फड़ी ते तुर पिया परदेस वल वधिया। घोड़ा होवे, सफर मुक्कण विच कदे देर लगणी। वड्डे शहर आराम करके अगले शहर तुरिया। शाम पैन ते नगर सेठ दी हवेली पुज्जा। ऐसी वैसी थां की पाउणा वड्डी हवेली वड्डा माल। दिन छिपन तो पहला ही अन्न पानी खा पी के सेठ वापस बैठक विच आ गया। अगले पलंग ते लेटिया। इसकी घोड़ा हिणकण दी आवाज सुन के उठिया। पुछया कौन? चोर। ये शब्द सुनन सार सेठ दे होश उड़ गए। हड़बड़ा के उठिया। दमे दा मरीज होने करके चीख न मार सकिया, पर जदों चोर दा हुलिया देखिया तां साह विच साह आए। इन्ने गहने तां मेरे कोल नहीं। हथ विच सोने दी छुट्टी। मुस्कुराउंदियां बोलिया, भले मानस चोर दा नाम लैके डराउण दी की लोड़? चोर दी तां छां भी लुकी नहीं रहिंदी। मैनू मूर्ख क्यों समझ लिया? देखण सार पछाण लेना चोर कौन है, सेठ कौन? मुस्कुराया कहन लगा, सेठ जी तुहाडी परख नहीं सही। जदों मैं साफ कह रहा मैं चोर हां, तुहाडे कोल चोरी करन आया हां। ना नहीं मनना ना सही तुहाडी मर्जी। चंगा तुसी दसो मैं कौन हां? उस वल देख रहा सेठ ने हाथ फड़ के अपने कोल बिठा लिया। कहा, दर्शन अज होए पर नाम बड़ा सुनिया। होया है तुरंत पछाण लिया। नजर थोड़ी घट गई है, देर तां लगी पर पछाण लिया। बुरा ना मन्नियो। सेठ ने दोबारा ऊपर तो हेठा वल देखा। पहने हुए गहने देखे। इन्ने खरे सोने नू हाथ ला के की देखना? मुस्कुराउंदिया बोलिया, उज्जैन दे सब तो वड्डे चोरी हो। मैं की पाप किया है? मेरे गरीब खाने दा कदी ध्यान नहीं आया। चलो अज मेजबानी कीती, यह बहुत है। इहो जिहे अनमोल हीरे मोती
मोती माणक पन्ने लाल दिखाऊंगा कि याद रखोगे। शेषनाग दियां असलियां मणियां तुहानू नहीं मिलणगियां किते होर। ਇਹ ਕਹਿ ਕੇ ਮਾਇਆਪਤੀ ਸੇਠ ਉਸ ਨਾਮਵਾਰ ਜੋਹਰੀ ਨੂੰ ਨਾ ਕਰਦੇ ਹੱਥ ਫੜ ਕੇ ਬੇਝਿਜਕ ਹਵੇਲੀ ਅੰਦਰ ਲੈ ਗਿਆ। ਤਿੰਨੇ ਤਜੋਰੀਆਂ ਖੋਲ ਕੇ ਇੱਕ ਤੋਂ ਵੱਧ ਕੇ ਇੱਕ ਬੇਜੋੜ ਜਵਾਹਰਾਤ ਦਿਖਾਉਂਦਿਆਂ ਕਹਿਣ ਲੱਗਾ, ਹੁਣ ਤਾਂ ਬਸ ਇੱਕ ਉੜਦੀ ਨਜ਼ਰ ਮਾਰੋ, ਪਰਖ ਤਾਂ ਕੱਲ ਦਿਨ ਦੇ ਚਾਨਣ ਵਿੱਚ ਕਰੋਗੇ ਨਾ। ਮੈਨੂੰ ਇਹ ਦੱਸਣ ਦੀ ਕੀ ਲੋੜ ਕਿਹੜਾ ਰਤਨ ਕਿੰਨੇ ਦਾ ਹੈ, ਜਿਹੜਾ ਮਾਲ ਪਾਉਂਗੇ ਮਨਜ਼ੂਰ ਹੋਵੇਗਾ। ਇਹਨਾਂ ਦੀ ਕੀਮਤ ਮੈਥੋਂ ਵੱਧ ਤੁਸੀਂ ਜਾਣਦੇ ਹੋ। ਸੂਰਜ ਨੂੰ ਦੀਵਾ ਦਿਖਾਉਣ ਦੀ ਕੀ ਲੋੜ, ਪੂਰੀ ਰਕਮ ਨਾ ਵੀ ਲਿਆਏ ਹੋ ਸ਼ਾਇਦ, ਇਸ ਕਰਕੇ ਚੁੱਪ ਹੋ। ਮੈਂ ਇੰਨਾ ਸ਼ੱਕੀ ਬੰਦਾ ਨਹੀਂ। 6 ਮਹੀਨੇ ਬਾਅਦ ਰਕਮ ਆ ਜਾਵੇਗੀ ਤਾਂ ਕਿ ਜਿਹੜੇ ਜਿਹਨੇ ਪਸੰਦ ਆਉਣ ਬੇਝਿਜਕ ਲੈ ਜਾਇਓ। ਚੋਰ ਚੋਰੀ ਦੇ ਮਾਲ ਵਿੱਚ ਪਸੰਦ ਨਾ ਪਸੰਦ ਦੀ ਕੀ ਗੱਲ ਤੁਹਾਨੂੰ ਕਹਿਣ ਦੀ ਲੋੜ ਨਹੀਂ। ਇੱਕ ਵੀ ਨਹੀਂ ਛੱਡਦਾ। ਤੁਸੀਂ ਦਿਖਾ ਦਿੱਤਾ, ਚੰਗਾ ਹੋਇਆ। ਲੱਭਣ ਵਿੱਚ ਮੈਨੂੰ ਦੇਰ ਹੋ ਜਾਂਦੀ, ਇਸ ਵਾਸਤੇ ਤੁਹਾਡਾ ਅਹਿਸਾਨ ਹੋਏਗਾ। ਸੇਠ ਹੋਰ ਨਹੀਂ ਹੱਸਿਆ। ਹੱਸਦਾ ਬੋਲਿਆ, ਸੁਣਿਆ ਸੀ ਤੁਸੀਂ ਹਸਮੁਖ ਹੋ, ਹਾਸੇ ਮਜ਼ਾਕ ਦੀ ਆਦਤ ਹੈ, ਅੱਜ ਅੱਖੀਂ ਦੇਖ ਲਿਆ। ਸੇਠ ਨੇ ਵਧੀਕ ਮਿੰਨਤ ਤਰਲਾ ਕੀਤਾ ਤਾਂ ਚੋਰ ਰਾਤ ਕੱਟਣ ਵਾਸਤੇ ਹਵੇਲੀ ਰੁਕ ਗਿਆ। 4 ਦੀਵਾਰੀ ਅੰਦਰ ਲੰਘਣ ਪਿੱਛੋਂ ਦੂਜਾ ਸਦਰ ਦਰਵਾਜ਼ਾ ਆਇਆ। ਪਹਿਰੇਦਾਰਾਂ ਨੇ ਦੂਹਰੇ ਹੋ ਕੇ ਪ੍ਰਣਾਮ ਕਹੀ, ਅੱਗੇ ਚੱਲ ਗਿਆ। 7ਵੇਂ ਦਰਵਾਜ਼ੇ ਉੱਪਰ ਸਖਤ ਪਹਿਰਾ। ਹੱਥ ਜੋੜ ਕੇ ਪਹਿਰੇਦਾਰਾਂ ਨੇ ਕਿਹਾ, ਮਹਾਰਾਜ ਦੀ ਆਗਿਆ ਬਗੈਰ ਅੰਦਰ ਜਾਣਾ ਮਨਾ ਹੈ ਜੀ। ਆਪਣੇ ਮੁਖੋਂ ਕਹੋ ਕੌਣ। ਜਿਵੇਂ ਪਤਾਰਨਾ ਹੋਇਆ, ਅਸੀਂ ਮਹਾਰਾਜ ਨੂੰ ਦੱਸ ਦਿਆਂਗੇ ਕੌਣ ਆਏ ਹਨ, ਕੀ ਕੰਮ ਹੈ। ਮੈਂ ਚੋਰ ਹਾਂ ਤੇ ਰਾਜ ਦਾ ਖਜ਼ਾਨਾ ਚੋਰੀ ਕਰਨ ਆਇਆ ਹਾਂ। ਤੁਸੀਂ ਅਤੇ ਤੁਹਾਡੇ ਮਹਾਰਾਜ ਰੋਕ ਸਕਦੇ ਹੋ ਤਾਂ ਰੋਕ ਲਓ, ਦਿਲ ਵਿੱਚ ਨਾ ਰੱਖਿਓ। ਪਹਿਰੇਦਾਰ ਡਰ ਗਏ ਕਿ ਪੁੱਛਗਿੱਛ ਕਰਨ ਕਰਕੇ ਮਹਿਮਾਨ ਨਾਰਾਜ਼ ਹੋ ਗਿਆ। ਸੁਣਿਆ ਸੀ ਨਵੇਂ ਦੀਵਾਨ ਦੀ ਨਿਯੁਕਤੀ ਹੋਈ ਹੈ, ਕਿਤੇ ਉੱਤੋਂ ਹੋਣ। ਇੰਨੀ ਆਣ ਬਾਣ ਹੋਰ ਕਿਸ ਦੀ ਹੋਵੇਗੀ। ਨਾਲੇ 6 ਦਰਵਾਜ਼ੇ ਐਵੇਂ ਤਾਂ ਨਹੀਂ ਲੰਘ ਆਇਆ। ਮੂਹਣੀਆਂ ਤੱਕ ਹੱਥ ਜੋੜ ਕੇ ਬੋਲੇ, ਭੁੱਲ ਹੋ ਗਈ ਸਰਕਾਰ, ਮਾਫੀ ਬਖਸ਼ੋ, ਸਾਡੀ ਕੀ ਜ਼ਰੂਰਤ ਤੁਹਾਨੂੰ ਰੋਕਣ ਦੀ, ਗੁਸਤਾਖੀ ਕਰੀਏ। ਮੁਸਕਰਾ ਕੇ ਅੱਗੇ ਵਧਿਆ। ਪਹਿਰੇਦਾਰ ਖੁਸ਼ ਹੋਏ ਕਿ ਉਹਨਾਂ ਨੂੰ ਮਾਫ ਕਰ ਦਿੱਤਾ। ਇੰਨੇ ਖਜ਼ਾਨੇ ਕੋਲ ਜਾ ਕੇ ਘੋੜਾ ਰੁਕਿਆ। ਘੋੜਾ ਹਿਣਕਿਆ ਤਾਂ ਖਜ਼ਾਨਚੀ ਅੰਦਰੋਂ ਬਾਹਰ ਆਇਆ। ਹੱਥ ਜੋੜ ਕੇ ਬੋਲਿਆ, ਹਜ਼ੂਰ ਨੂੰ ਪਛਾਣਿਆ ਨਹੀਂ ਸੀ। ਉਸਨੇ ਕਿਹਾ ਕਿ ਜਿਸਨੇ ਕਦੀ ਦੇਖਿਆ ਨਾ ਹੋਵੇ ਉਸ ਨੂੰ ਪਛਾਣਨ ਦਾ ਕਿਹੜਾ ਰਿਵਾਜ ਹੈ। ਮੈਂ ਚੋਰ ਹਾਂ ਅਤੇ ਖਜ਼ਾਨੇ ਵਿੱਚ ਚੋਰੀ ਕਰਨ ਆਇਆ ਹਾਂ। ਖਜ਼ਾਨਚੀ ਤੁਰੰਤ ਜਾਣ ਗਿਆ ਕਿ ਨਵੇਂ ਦੀਵਾਨ ਜੀ ਹਨ, ਖਜ਼ਾਨੇ ਦੀ ਪੜਤਾਲ ਕਰਨ ਆਏ ਹਨ। ਪਛਾਣੇ ਨਹੀਂ ਨਾ ਖਿੱਝ ਕੇ ਤਾਂ ਹੀ ਟੇਢੀ ਗੱਲ ਕਰ ਰਹੇ ਹਨ। ਨੌਕਰੀ ਗਈ ਸਮਝੋ। ਤਰ ਕੰਮਦੇ ਨੇ ਪੁੱਛਿਆ, ਗਰੀਬ ਪਰਿਵਾਰ ਅੰਨਾ ਤੇ ਅਣਜਾਣ ਇੱਕੋ ਜਿਹੇ ਹੋਇਆ ਕਰਦੇ ਹਨ। ਉਮਰ ਟਲਣ ਕਰਕੇ ਨਿਗਾਹ ਵੀ ਕਮਜ਼ੋਰ ਹੋ ਗਈ ਹੈ। ਇਹ ਕਹਿ ਕੇ ਲੱਕ ਨਾਲ ਬੰਨਿਆ ਹੋਇਆ ਚਾਬੀਆਂ ਦਾ ਗੁੱਛਾ ਖੋਲ ਕੇ ਦੀਵਾਨ ਨੂੰ ਸੌਂਪ ਦਿੱਤੀਆਂ। ਜਦੋਂ ਖੋਲ ਕੇ ਅੰਦਰ ਚਲਾ ਗਿਆ, ਘਬਰਾਇਆ ਹੋਇਆ ਖਜ਼ਾਨਚੀ ਬਾਹਰ ਖਲੋਤਾ ਰਿਹਾ। ਚੋਰ ਕੋਲ ਧਨ ਦੀ ਕਮੀ ਤਾਂ ਨਹੀਂ ਸੀ। ਦੁਨੀਆ ਨੂੰ ਦਿਖਾਉਣਾ ਸੀ ਕਿ ਸ਼ਾਹੀ ਖਜ਼ਾਨੇ ਨੂੰ ਸੰਨ ਲਾ ਸਕਦੇ ਹਨ। ਚੋਰੀ ਦਾ ਨਾਮ ਵੱਡਾ ਕਰਨਾ ਸੀ। ਚੁਣ ਕੇ ਜੇਬ ਵਿੱਚ 5 ਮੋਤੀ ਪਾ ਲਏ। ਚਾਬੀਆਂ ਖਜ਼ਾਨਚੀ ਨੂੰ ਫੜਾ ਦਿੱਤੀਆਂ। ਵਾਪਸੀ ਵਕਤ ਕਿਸ ਨੇ ਰੋਕਣਾ ਸੀ। 4 ਦੀਵਾਰੀਓਂ ਬਾਹਰ ਹੋਇਆ। ਘੋੜੇ ਨੂੰ ਅੱਡੀ ਲਾ ਦਿੱਤੀ। ਪਹਿਰੇਦਾਰ ਧੂੜ ਉਡਾਉਂਦੇ ਸਰਪੜ ਦੌੜਦੇ ਜਾਂਦੇ ਘੋੜੇ ਦੀਆਂ ਟੱਪਾਂ ਦੀ ਆਵਾਜ਼ ਸੁਣਦੇ ਰਹੇ। ਫਟਾਫਟ ਅੱਖੋਂ ਪਰੋਖ ਹੋ ਗਿਆ। ਜੰਦਰੇ ਮੋਹਰ ਬੰਦ ਕਰਨ ਤੋਂ ਪਹਿਲਾਂ ਖਜ਼ਾਨਚੀ ਨੇ ਖਜ਼ਾਨਾ ਪਰਖਿਆ। 5 ਮੋਤੀ ਘੱਟ ਗਿਣਨ ਵਿੱਚ ਕਿਤੇ ਗਲਤੀ ਤਾਂ ਨਹੀਂ ਹੋ ਗਈ। ਦੁਬਾਰਾ ਗਿਣਿਆ ਤੇ 12 ਗਿਣ ਲਿਆ। 5 ਮੋਤੀ ਘੱਟ ਕਿਵੇਂ ਪੂਰੇ ਹੋਣਗੇ। ਉਹ ਤਾਂ ਸੱਚਮੁੱਚ ਦਾ ਚੋਰ ਨਿਕਲਿਆ। ਰਾਮ ਜਾਣੇ ਰਾਜਾ ਕੀ ਦੰਡ ਦੇਵੇਗਾ। ਚਿਖਾੜਾ ਪਾਉਣ ਲੱਗਾ ਹੀ ਸੀ ਕਿ ਅਕਲ ਦੀ ਗੱਲ ਸੁਝੀ। ਸੋਚਿਆ ਚੋਰੀ ਹੋਣੀ ਸੀ, ਹੋ ਗਈ। ਇਲਜ਼ਾਮ ਤਾਂ ਸਾਰਾ ਚੋਰ ਤੇ ਆਏਗਾ। ਚੋਰਾਂ ਤੇ ਕੀ ਇਤਬਾਰ। ਉਹਨਾਂ ਨਾਲ ਦੇ 5 ਮੋਤੀ ਆਪਣੇ ਬੋਝੇ ਵਿੱਚ ਪਾ ਲਏ। ਇਸ ਪਿੱਛੋਂ ਚੀਕਣ ਲੱਗਾ, ਚੋਰ ਚੋਰ। ਕਿਲੇ ਦੇ ਪਹਿਰੇਦਾਰ ਇਸ ਮੌਕੇ ਦੀ ਉਡੀਕ ਵਿੱਚ ਰਿਹਾ ਹੀ ਕਰਦੇ ਹਨ। ਚੋਰ ਦੀਆਂ ਆਵਾਜ਼ਾਂ ਸੁਣਨ ਸਾਰੇ ਭੱਜ ਆਏ। ਖਜ਼ਾਨੇ ਦੇ ਚਾਰੇ ਪਾਸੇ ਜਮਘਟਾ ਲੱਗ ਗਿਆ। ਸਾਰੇ ਇਕੱਠੇ ਹੋ ਕੇ ਰਾਜੇ ਕੋਲ ਗਏ। ਖਜ਼ਾਨਚੀ ਸਾਰਾ ਵਾਕਿਆ ਸੁਣਾ ਕੇ ਰੋਣ ਲੱਗਾ। ਅੰਨਦਾਤਾ ਦਿਨ ਦਿਹਾੜੇ ਇੰਨਾ ਅਮੀਰ ਲਿਬਾਸ ਪਹਿਨ ਕੇ ਆਏ, ਸੀਨਾ ਤਣ ਕੇ ਖਲੋਵੇ। ਇਸ ਤੋਂ ਤਾਂ ਭਗਵਾਨ ਵੀ ਖਜ਼ਾਨਾ ਨਹੀਂ ਬਚਾ ਸਕਦਾ।
ਮੇਰੀ ਤਾਂ ਕੀ ਔਕਾਤ ਸੀ। ਸਾਰੇ ਪਹਿਰੇਦਾਰਾਂ ਨੇ ਖਜ਼ਾਨੇ ਦੀ ਪ੍ਰੋੜਤਾ ਕੀਤੀ, ਹੱਥ ਜੋੜ ਕੇ ਬੋਲੇ, ਮਾਈ ਬਾਪ ਇਹ ਚਾਰੀ ਸਾਡੇ ਤੋਂ ਨਹੀਂ ਹੋ ਸਕਦੀ। ਏਡੇ ਵੱਡੇ ਆਦਮੀ ਚੋਰੀ ਕਰਨ ਲੱਗਣ ਤਾਂ ਰਖਵਾਲੀ ਕੌਣ ਕਰੇਗਾ? ਜਿਹੜਾ ਸ਼ਰੇਆਮ ਕਹਿੰਦਾ ਹੈ ਮੈਂ ਚੋਰ ਹਾਂ, ਰੋਕ ਸਕਦੇ ਹੋ ਤਾਂ ਰੋਕ ਲਓ। ਅੰਨਦਾਤਾ, ਚੋਰੀ ਦਾ ਨਵਾਂ ਤਰੀਕਾ ਹੈ। ਚੋਰ ਤਾਂ ਗਰੀਬ ਹੋਇਆ ਕਰਦੇ ਨੇ, ਵੱਡੇ ਲੋਕ ਚੋਰੀ ਕਰ ਵੀ ਲੈਣ ਉਹਨਾਂ ਨੂੰ ਚੋਰ ਕੌਣ ਕਹੇ? ਹਜ਼ੂਰ, ਵੱਡੇ ਡਾਕੂ, ਵੱਡੇ ਲੁਟੇਰੇ ਤਾਂ ਰਾਜੇ ਕਹਾਉਂਦੇ ਨੇ, ਉਹਨਾਂ ਨੂੰ ਡਾਕੂ ਕੌਣ ਕਹੇ? ਕੋਈ ਕਹੇ ਤਾਂ ਸਿਰ ਕਲਮ ਨਾ ਕਰ ਦੇਣ। ਇਹ ਰਾਜਾ ਤਾਂ ਬਸ ਸਿੰਘਾਸਨ ਦੀ ਸ਼ੋਭਾ ਹੀ ਸੀ। ਨਿਆਂ ਅਨਿਆਂ ਅਤੇ ਰਾਜਕਾਜ ਤੇ ਕੰਮਾਂ ਦਾ ਉਸਨੂੰ ਕੋਈ ਪਤਾ ਨਹੀਂ ਸੀ। ਉੱਲੂ ਵਾਂਗ ਸਭ ਦੀ ਗੱਲਬਾਤ ਸੁਣੀ ਜਾਂਦਾ, ਜਵਾਬ ਕੋਈ ਨਹੀਂ। ਰਾਜ ਭਾਗ ਰਾਣੀ ਸੰਭਾਲਦੀ ਸੀ, ਬੜੀ ਹੁਸ਼ਿਆਰ। ਸਾਰੀ ਗੱਲ ਸੁਣ ਕੇ ਬੋਲੀ, ਇਸ ਵਾਰਦਾਤ ਵਿੱਚ ਤੁਹਾਡਾ ਕੋਈ ਕਸੂਰ ਨਹੀਂ। ਤੁਹਾਡੀ ਥਾਂ ਦੀਵਾਨ ਜੀ ਹੁੰਦੇ, ਉਹ ਕਿਹੜਾ ਸ਼ੱਕ ਕਰਦੇ ਹੋਏ ਸੋ ਬੀਤੀ, ਪਰ ਚੋਰ ਫੜਨਾ ਬਹੁਤ ਜ਼ਰੂਰੀ ਹੈ, ਵਰਨਾ ਹੁਕੂਮਤ ਦਾ ਡਰ ਕੌਣ ਮੰਨੇਗਾ? ਇਹ ਤਾਂ ਚੋਰ ਦੀ ਮਿਹਰਬਾਨੀ ਜਾਣੋ ਕਿ ਸਾਰਾ ਖਜ਼ਾਨਾ ਲੈ ਜਾਣ ਦੀ ਥਾਂ ਬਸ 10 ਮੋਤੀ ਲੈ ਗਿਆ। ਸਾਰਾ ਖਜ਼ਾਨਾ ਲੈ ਜਾਂਦਾ ਕੌਣ ਸੀ ਰੋਕਣ ਵਾਲਾ? ਦਾ ਰੇਡੀਓ ਟਾਈਮਸ ਦੇ ਪ੍ਰੋਗਰਾਮ ਵਿੱਚ ਭਾਗ ਲੈਣ ਲਈ ਤੁਸੀਂ ਡਾਇਲ ਕਰੋਗੇ ਸਾਡੇ ਸਟੂਡੀਓ ਦਾ WhatsApp ਨੰਬਰ 6234397843।